मॉर्निंग स्टूडेंट्स रचे ਆਪਾਂ ਨੈਕਸਟ ਪਾਰਟ ਆਪਣੀ ਬੁੱਕ ਦਾ ਸਟਾਰਟ ਕੀਤਾ ਸੀ ਸਵਿਕਸ ਜਿਸ ਦਾ ਫਸਟ ਚੈਪਟਰ ਡੈਮੋਕ੍ਰੇਸੀ ਕਰ ਰਹੇ ਹਾਂ। ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੇਸੀ ਦਾ ਵਰਡ ਡੈਫੀਨੇਸ਼ਨ ਡੈਮੋਕ੍ਰੇਸੀ ਦੀ ਐਵੋਲੂਸ਼ਨ ਮਤਲਬ ਕਿ ਵਿਕਾਸ ਕਿੱਥੋਂ ਸ਼ੁਰੂ ਹੋਇਆ ਹੈ ਇਹ ਵਾਲਾ ਕੰਸੈਪਟ ਆਪਾਂ ਕਲੀਅਰ ਕਰ ਚੁੱਕੇ ਹਾਂ। ਤਾਂ ਵਿਕਾਸ ਜਿਹੜਾ ਹੈਗਾ ਆਪਾਂ ਪੜ੍ਹ ਚੁੱਕੇ ਸੀ ਗਰੀਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕ ਥੋੜ੍ਹੇ ਹੁੰਦੇ ਸੀ ਤਾਂ ਉਹ ਇਕੱਠੇ ਹੋ ਜਾਂਦੇ ਸੀ ਟੂ ਕ੍ਰੀਏਟ ਲਾਅ ਐਂਡ ਰੂਲਸ ਐਂਡ ਦੈਨ ਇਸ ਡੈਮੋਕ੍ਰੇਸੀ ਨੂੰ ਕੀ ਕਿਹਾ ਜਾਂਦਾ ਸੀ ਡਾਇਰੈਕਟ ਡੈਮੋਕ੍ਰੇਸੀ ਕਿਹਾ ਜਾਂਦਾ ਸੀ। ਬਟ ਜਿਹੜੀ ਡੈਮੋਕ੍ਰੇਸੀ ਰੀਪ੍ਰਜੈਂਟੇਟਿਵ ਵਾਲੀ ਹੁੰਦੀ ਸੀ ਵੀ ਉਸ ਤੋਂ ਬਾਅਦ ਜਦੋਂ ਸਾਰੇ ਲੋਕ ਇਕੱਠੇ ਹੋਣਾ ਸਾਰਿਆਂ ਦਾ ਸੰਭਵ ਨਹੀਂ ਸੀ, ਸਾਰਿਆਂ ਨੂੰ ਇਕੱਠੇ ਨਹੀਂ ਹੋ ਸਕਦੇ ਸੀ, ਪੋਪੂਲੇਸ਼ਨ ਵੱਧ ਗਈ ਸੀ, ਉਦੋਂ ਆਪਾਂ ਵਿੱਚ ਕਿਹਨਾਂ ਨੂੰ ਪਾਇਆ ਸੀ ਉਦੋਂ ਆਪਾਂ ਵਿੱਚ ਪਾਇਆ ਸੀ ਰੀਪ੍ਰਜੈਂਟੇਟਿਵਸ ਨੂੰ ਪ੍ਰਤੀਨਿਧਾਂ ਨੂੰ। ਅਤੇ ਜਦੋਂ ਰੀਪ੍ਰਜੈਂਟੇਟਿਵ ਵਿੱਚ ਆ ਗਏ ਤਾਂ ਉਸ ਤੋਂ ਬਾਅਦ ਡੈਮੋਕ੍ਰੇਸੀ ਨੂੰ ਕੀ ਕਿਹਾ ਜਾਣ ਲੱਗਿਆ ਇਨਡਾਇਰੈਕਟ ਡੈਮੋਕ੍ਰੇਸੀ ਕਿਹਾ ਜਾਣ ਲੱਗਿਆ। ਇਸ ਤੋਂ ਬਾਅਦ ਆਪਾਂ ਐਵੋਲੂਸ਼ਨ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਗ੍ਰੀਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਰੋਮਨ ਸਿਵਲਾਈਜੇਸ਼ਨ। ਰੋਮਨ ਸੱਭਿਅਤਾ ਜਿਹੜੀ ਸੀ ਉਹਦੇ ਵਿੱਚ ਕੀ ਸੀ ਦੇਅਰ ਵਾਜ਼ ਅ ਕੰਬੀਨੇਸ਼ਨ ਆਫ ਮੋਨਾਰਕੀਅਲ ਡੈਮੋਕ੍ਰੇਸੀ ਐਂਡ ਅਰਿਸਟੋਕ੍ਰੇਸੀ। ਉਸ ਟਾਈਮ 'ਤੇ ਪੁਰਾਣੇ ਟਾਈਮ 'ਤੇ ਰੋਮਨ ਸਿਵਲਾਈਜੇਸ਼ਨ ਦੇ ਵਿੱਚ ਦੋ ਜਿਹੜੀਆਂ ਹੈਗੀਆਂ ਗਵਰਨਮੈਂਟ ਦਾ ਕਹਿ ਲਓ ਕੰਬੀਨੇਸ਼ਨ ਸੀ। ਮੋਨਾਰਕੀਅਲ ਮਤਲਬ ਹੁੰਦੀ ਹੈ ਰਾਜਤੰਤਰ ਜਿੱਥੇ ਇੱਕ ਰਾਜੇ ਦਾ ਜਾਂ ਇੱਕ ਰਾਣੀ ਦਾ ਹੀ ਅਧਿਕਾਰ ਹੋਵੇ, ਠੀਕ ਹੈ। ਅਰਿਸਟੋਕ੍ਰੇਸੀ ਮਤਲਬ ਕੁਲੀਨ ਤੰਤਰ ਜਿਹਦੇ ਵਿੱਚ ਹਾਈ ਸਟੇਟਸ ਵਾਲੇ ਲੋਕ ਹੋਣ, ਨੋਬਲ ਪੀਪਲ ਹੋਣ, ਲਾਰਡ ਲੋਕ ਹੈ ਜਿਹੜੇ ਜਿਨ੍ਹਾਂ ਨੂੰ ਹੈਰੀਡਿਟੀ ਦੇ ਵਿੱਚੋਂ ਵਿਰਸੇ ਦੇ ਵਿੱਚੋਂ ਜਿਹੜੀ ਹੈਗੀ ਆ ਸ਼ਾਸਨ ਪ੍ਰਾਪਤ ਹੁੰਦਾ ਹੈ ਉਹ ਲੋਕਾਂ ਦਾ ਰਾਜ ਹੋਵੇ ਤਾਂ ਉਸਨੂੰ ਅਰਿਸਟੋਕ੍ਰੇਸੀ ਕਹਿੰਦੀ ਆ। ਸੋ ਇੱਥੇ ਕੰਬੀਨੇਸ਼ਨ ਸੀ ਦੋ ਚੀਜ਼ਾਂ ਦਾ ਮਨਾਰਕੀ ਦਾ ਅਤੇ ਅਰਿਸਟੋਕ੍ਰੇਸੀ ਦਾ। ਤਾਂ ਉਸ ਟਾਈਮ 'ਤੇ ਜੋ ਪੋਲੀਟੀਕਲ ਅਤੇ ਇਕਨੋਮਿਕ ਸਿਸਟਮ ਸੀ ਉਸ ਨੂੰ ਕੀ ਕਹਿੰਦੇ ਸੀ ਫਿਊਡਾਲਿਜ਼ਮ ਦਾ ਮਤਲਬ ਕੀ ਹੁੰਦਾ ਹੈ ਸਮੰਤਵਾਦ। ਤੁਸੀਂ ਇਹ ਵਰਡ ਨਿਊ ਸੁਣਿਆ ਹੋਊਗਾ ਸਮੰਤਵਾਦ ਦਾ ਮਤਲਬ ਕਿ ਜੋ ਵੀ ਜ਼ਮੀਨ ਹੁੰਦੀ ਸੀ ਉਸ ਟਾਈਮ 'ਤੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ ਤਾਂ ਜੋ ਵੀ ਜ਼ਮੀਨ ਹੁੰਦੀ ਸੀ ਉਹਦੇ 'ਤੇ ਇੱਕ ਫਿਊਡਲ ਦਾ ਅਧਿਕਾਰ ਹੁੰਦਾ ਸੀ, ਠੀਕ ਹੈ। ਫਿਊਡਲ ਮਤਲਬ ਸਮੰਤ ਅਤੇ ਉਹ ਫਿਊਡਲ ਅੱਗੇ ਜ਼ਮੀਨ ਦੇ ਉੱਪਰ ਗੁਲਾਮਾਂ ਤੋਂ ਕੰਮ ਕਰਾਉਂਦਾ ਸੀ, ਉਹਨਾਂ 'ਤੇ ਬਹੁਤ ਅਤਿਆਚਾਰ ਕਰਦਾ ਸੀ, ਉਹਨਾਂ ਤੋਂ ਕੰਮ ਕਰਵਾ ਕੇ ਆਪ ਜ਼ਿਆਦਾ ਪੈਸਾ ਲੈਂਦਾ ਸੀ, ਉਹਨਾਂ ਨੂੰ ਘੱਟ ਪੈਸਾ ਦਿੰਦਾ ਸੀ। ਤਾਂ ਜੋ ਇਹ ਪ੍ਰਥਾ ਸੀ ਸਮੰਤਵਾਦੀ ਪ੍ਰਥਾ ਸੀ ਜਿਹੜੀ ਉਸ ਨੂੰ ਕੀ ਕਹਿੰਦੇ ਸੀ ਫਿਊਡਲਿਜ਼ਮ। ਅਤੇ ਇੱਕ ਜੋ ਜਿਹਦਾ ਜ਼ਮੀਨ 'ਤੇ ਜੋ ਕਿ ਆਪਦਾ ਅਧਿਕਾਰ ਰੱਖਦਾ ਸੀ ਜਿਹਨੂੰ ਜ਼ਮੀਨ ਮਿਲੀ ਹੁੰਦੀ ਸੀ ਉਹਨੂੰ ਕੀ ਕਹਿੰਦੇ ਸੀ ਉਹਨੂੰ ਕਹਿੰਦੇ ਸੀ ਫਿਊਡਲ ਸਾਮੰਤ। ਇਸ ਦੇ ਅੱਗੇ ਤਿੰਨ ਫੈਕਟਰ ਸੀ, ਇਹਨੂੰ ਤਿੰਨ ਪਾਰਟ ਵਿੱਚ ਵੰਡਿਆ ਜਾਂਦਾ ਸੀ। ਸਭ ਤੋਂ ਪਹਿਲਾਂ ਲਾਰਡ ਦੇ ਵਿੱਚ ਕੀ ਸੀ ਨੋਬਲ ਬੰਦੇ ਆਉਂਦੇ ਸੀ ਮਤਲਬ ਕਿ ਸ਼ਾਹੀ ਲੋਕ, ਠੀਕ ਹੈ। ਅੱਗੇ ਆ ਗਿਆ ਵਾਸਲ ਦਾ ਪਰਸਨ ਹੂ ਗਰਾਂਟਡ ਲੈਂਡ ਬਾਏ ਨੋਬਲਸ। ਉਹ ਪਰਸਨ ਜਿਹਨੂੰ ਕਿ ਜ਼ਮੀਨ ਗਰਾਂਟ ਹੋਈ ਹੁੰਦੀ ਸੀ ਮਿਲੀ ਹੁੰਦੀ ਸੀ। ਵਾਸਲ ਦਾ ਮਤਲਬ ਵੈਸੇ ਹੁੰਦਾ ਹੈ ਗੁਲਾਮ ਹੀ, ਠੀਕ ਹੈ। ਨੋਬਲ ਦੇ ਦੁਆਰਾ ਸਮੰਤ ਦੇ ਦੁਆਰਾ ਉਹਨੂੰ ਜਿਹੜੀ ਹੈਗੀ ਹੈ ਜ਼ਮੀਨ ਦਿੱਤੀ ਹੁੰਦੀ ਸੀ ਵੀ ਤੂੰ ਇਹਦੇ 'ਤੇ ਕੰਮ ਕਰਨਾ ਹੈ ਖੇਤੀ ਕਰਨੀ ਹੈ। ਅਤੇ ਫੀਫ ਮਤਲਬ ਲੈਂਡ ਜੋ ਜ਼ਮੀਨ ਦਾ ਟੁਕੜਾ। ਇਹ ਤਿੰਨ ਚੀਜ਼ਾਂ ਸਮੰਤਵਾਦ ਦੇ ਮੁੱਖ ਫੈਕਟਰ ਸੀਗੇ। ਤਿੰਨ ਚੀਜ਼ਾਂ ਇਹਨਾਂ ਵਿੱਚ ਰਿਸਪੋਂਸੀਬਲ ਹੁੰਦੀਆਂ ਸੀ ਲੈਂਡ ਦਾ ਵਾਸਲ ਐਂਡ ਦਾ ਫੀਫ। So the relation between these three factors was the basis of feudalism. ਇਹ ਤਿੰਨਾਂ ਦੇ ਵਿੱਚ ਜੋ ਰਿਲੇਸ਼ਨ ਸੀ ਉਹੀ ਫਿਊਡਲਿਜ਼ਮ ਦਾ ਬੇਸਿਸ ਸੀਗਾ। ਸੋ ਵੈਨ ਫਿਊਡਲਿਜ਼ਮ ਕੇਮ ਟੂ ਐਨ ਐਂਡ ਕਦੋਂ ਇਨ 14th ਸੈਂਚੁਰੀ ਦੇ ਵਿੱਚ ਜਦੋਂ ਕਿ ਜਿਹੜਾ ਹੈਗਾ ਫਿਊਡਲਿਜ਼ਮ ਖਤਮ ਹੋ ਗਿਆ ਲਾਅ ਐਂਡ ਆਰਡਰਸ ਵਾਰ ਇਨਫੋਰਸ ਲਾਅ ਅਤੇ ਆਰਡਰ ਜਿਹੜੇ ਹੈਗੇ ਲਾਗੂ ਕੀਤੇ ਗਏ ਐਂਡ ਰੀਪ੍ਰਜੈਂਟੇਟਿਵ ਡੈਮੋਕ੍ਰੇਸੀ ਐਂਡ ਨੈਸ਼ਨਲਿਜ਼ਮ ਡੈਵਲਪਡ। ਫਿਰ ਕੀ ਹੋਇਆ ਫਿਊਡਲਿਜ਼ਮ ਦੇ ਖਾਤਮਾ ਹੋਣ ਤੋਂ ਬਾਅਦ ਰੀਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਆਈ, ਪ੍ਰਤੀਨਿਧ ਲੋਕਤੰਤਰ ਬਣਿਆ ਅਤੇ ਨੈਸ਼ਨਲਿਜ਼ਮ ਰਾਸ਼ਟਰਵਾਦ ਦੀ ਭਾਵਨਾ ਲੋਕਾਂ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੋਈ 14th ਸੈਂਚੁਰੀ ਦੇ ਵਿੱਚ। ਸੋ ਉਸ ਤੋਂ ਬਾਅਦ ਲਗਾਤਾਰ ਟਾਈਮ ਪਾਸ ਹੁੰਦਾ ਗਿਆ 17th ਸੈਂਚੁਰੀ ਦੇ ਵਿੱਚ ਹੋਲ ਪਾਵਰਸ ਟਰਾਂਸਫਰਡ ਇਨਟੂ 2 ਹਾਊਸ। ਸਾਰੀ ਦੀ ਸਾਰੀ ਪਾਵਰ ਕਿਸ ਦੇ ਕੋਲ ਚਲੀ ਗਈ 2 ਹਾਊਸ ਕੋਲ ਚਲੀ ਗਈ ਸੀ। ਹਾਊਸ ਆਫ ਪਾਰਲੀਮੈਂਟ ਦੇ 2 ਹਾਊਸ ਕੋਲ ਚਲੀ ਗਈ ਸੀ। ਉਸ ਨੂੰ ਕੀ ਕਹਿੰਦੇ ਸੀ ਇੱਕ ਤਾਂ ਹਾਊਸ ਆਫ ਲਾਰਡ ਮਤਲਬ ਕਿ ਵੀ ਸ਼ਾਹੀ ਲੋਕਾਂ ਦਾ ਹਾਊਸ, ਦੂਸਰਾ ਸੀ ਹਾਊਸ ਆਫ ਕਾਮਨ ਪੀਪਲ ਦਾ ਹਾਊਸ ਜਿਹਨੂੰ ਕਿ ਆਪਾਂ
ਰਾਜ ਸਭਾ ਅਤੇ ਲੋਕ ਸਭਾ ਵੀ ਕਹਿੰਦੇ ਆ, ਠੀਕ ਹੈ। ਤਾਂ 17th ਸੈਂਚੁਰੀ ਦੇ ਵਿੱਚ ਇਹ ਸਾਰੀ ਪਾਵਰ ਪਾਰਲੀਮੈਂਟ ਕੋਲ ਚਲੀ ਗਈ ਸੀ। ਉਸ ਤੋਂ ਪਹਿਲਾਂ ਜੋ ਗਰੀਸ ਕੋਲ ਸੀ, ਗਰੀਸ ਦੇ ਵਿੱਚੋਂ ਜਿਹੜਾ ਹੈਗਾ ਡੈਮੋਕ੍ਰੇਸੀ ਹੌਲੀ ਹੌਲੀ ਸਥਾਪਿਤ ਹੋਣੀ ਸ਼ੁਰੂ ਹੋਈ ਆ ਡਾਇਰੈਕਟ। ਉਸ ਤੋਂ ਬਾਅਦ ਰੋਮਨ ਦੇ ਵਿੱਚ ਜਿਹੜਾ ਸੀ ਦੋਵਾਂ ਦਾ ਕੰਬੀਨੇਸ਼ਨ ਸੀ, ਫਿਊਡਲਿਜ਼ਮ ਆਇਆ, ਫਿਊਡਲਿਜ਼ਮ ਤੋਂ ਬਾਅਦ ਫਿਰ ਰੀਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਆਈ, ਜਿਹਨੂੰ ਅਸੀਂ ਇਨਡਾਇਰੈਕਟ ਡੈਮੋਕ੍ਰੇਸੀ ਕਹਿੰਦੇ ਆ। ਨੈਸ਼ਨਲਿਜ਼ਮ ਦੀ ਭਾਵਨਾ ਜਦੋਂ ਪੈਦਾ ਹੋ ਗਈ ਤਾਂ 17ਵੀਂ ਸੈਂਚੁਰੀ ਦੇ ਵਿੱਚ ਪਾਰਲੀਮੈਂਟ ਦੇ 2 ਹਾਊਸਸ ਦੇ ਵਿੱਚ ਸਾਰੀ ਪਾਵਰ ਵੰਡੀ ਗਈ ਸੀ, ਹਾਊਸ ਆਫ ਲਾਰਡਸ ਐਂਡ ਹਾਊਸ ਆਫ ਕਾਮਨਸ ਦੇ ਵਿੱਚ। ਉਸ ਟਾਈਮ 'ਤੇ ਫਿਰ ਗਾਈਡਿੰਗ ਪ੍ਰਿੰਸੀਪਲ ਆ ਜਿਹੜੇ ਡੈਮੋਕ੍ਰੈਟਿਕ ਸਟੇਟਸ ਦੇ ਵਾਸਤੇ, ਲੋਕਤੰਤਰੀ ਰਾਜਾਂ ਦੇ ਵਾਸਤੇ ਗਾਈਡਿੰਗ ਪ੍ਰਿੰਸੀਪਲ ਬਣੇ, ਮਤਲਬ ਕਿ ਵੱਖ-ਵੱਖ ਐਕਟ ਬਣਾਏ ਗਏ। ਉਹ ਕਿਹੜੇ ਐਕਟ ਸੀ? ਪਟੀਸ਼ਨ ਆਫ ਰਾਈਟ ਦੇ ਵਿੱਚ ਸੀ ਕਿ ਲੋਕ ਸਰਕਾਰ ਦਾ ਖਰਚਾ ਨਹੀਂ ਚੱਕਣਗੇ, ਸਰਕਾਰ ਦੇ ਜੋ ਬੇਲੋੜੇ ਖਰਚੇ ਆ ਜਿਨ੍ਹਾਂ ਦੇ ਕਰਕੇ ਲੋਕਾਂ 'ਤੇ ਟੈਕਸ ਲਗਾਏ ਜਾਂਦੇ ਸੀ ਉਹ ਟੈਕਸ ਲੋਕ ਨਹੀਂ ਦੇਣਗੇ। ਪਟੀਸ਼ਨ ਆਫ ਰਾਈਟ ਹੋਇਆ। ਬਿਲਸ ਆਫ ਰਾਈਟ ਮਤਲਬ ਲੋਕਾਂ ਨੂੰ ਸਾਰੇ ਅਧਿਕਾਰ ਦਿੱਤੇ ਗਏ ਜਨਤਾ ਨੂੰ। ਮਿਊਟਨੀ ਐਕਟ ਇਹ ਮਿਲਟਰੀ ਦੇ ਸੰਬੰਧ ਵਿੱਚ ਐਕਟ ਸੀਗਾ, ਵੀ ਮਤਲਬ ਸੈਨਾ ਦੇ ਸੰਬੰਧ ਦੇ ਵਿੱਚ ਐਕਟ ਬਣਾਇਆ ਗਿਆ ਸੀ 1689 ਦੇ ਵਿੱਚ। ਹਬੀਜ਼ ਕਾਰਪਸ ਐਕਟ 1679 ਇਹਦੇ ਵਿੱਚ ਕੀ ਸੀ? ਹਬੀਜ਼ ਕਾਰਪਸ ਮਤਲਬ ਕਿ ਕਿਸੇ ਵੀ ਨਿਰਦੋਸ਼ ਇਨਸਾਨ ਨੂੰ ਬਿਨਾਂ ਕਿਸੇ ਜਿਹੜਾ ਹੈਗਾ ਇਹ ਪ੍ਰੂਫ ਦੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੀ, ਅਰੈਸਟ ਨਹੀਂ ਕੀਤਾ ਜਾ ਸਕਦਾ ਸੀ। ਉਸ ਨੂੰ ਅਰੈਸਟ ਕਰਨ ਦੇ ਵਾਸਤੇ ਕੋਈ ਨਾ ਕੋਈ ਠੋਸ ਪ੍ਰੂਫ, ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਣਾ ਚਾਹੀਦਾ ਸੀ, ਕਿਉਂਕਿ ਉਸ ਤੋਂ ਪਹਿਲਾਂ ਕੰਡੀਸ਼ਨ ਆਈ ਸੀ ਵੀ ਕਿਸੇ ਵੀ ਇਨਸਾਨ ਨੂੰ ਜਦੋਂ ਮਰਜ਼ੀ ਅਰੈਸਟ ਕਰ ਸਕਦੇ ਸੀਗੇ। ਬਟ 1679 ਦੇ ਵਿੱਚ ਹਬੀਜ਼ ਕਾਰਪਸ ਐਕਟ ਲਾਗੂ ਕੀਤਾ ਗਿਆ। ਐਕਟ ਆਫ ਸੈਟਲਮੈਂਟਸ 1701 ਦੇ ਵਿੱਚ ਜਿਹੜਾ ਹੈਗਾ ਐਕਟ ਆਫ ਸੈਟਲਮੈਂਟ ਕੀਤਾ ਗਿਆ ਸੀ। ਇਸ ਐਕਟ ਦੇ ਵਿੱਚ ਕਿਹਾ ਗਿਆ ਸੀ ਜੋ ਲੋਕ ਚਰਚ ਦੇ ਅਧੀਨ ਨਹੀਂ ਆਉਂਦੇ ਸੀ, ਠੀਕ ਹੈ, ਉਸ ਟਾਈਮ 'ਤੇ ਤਾਂ ਉਹਨਾਂ ਦੇ ਵਾਸਤੇ, ਉਹਨਾਂ ਦੀ ਸੈਟਲਮੈਂਟ ਦੇ ਵਾਸਤੇ ਉਪਰਾਲੇ ਕੀਤੇ ਗਏ ਸੀ, ਤਾਂ ਉਹਨੂੰ ਕਹਿੰਦੇ ਸੀ ਐਕਟ ਆਫ ਸੈਟਲਮੈਂਟਸ। ਸੋ ਅੱਜ ਆਪਾਂ ਐਵੋਲੂਸ਼ਨ ਨੂੰ ਕੰਪਲੀਟ ਕੀਤਾ ਹੈ ਕਿ ਵਿਕਾਸ ਡੈਮੋਕ੍ਰੇਸੀ ਦਾ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਚੱਲਿਆ ਹੈ।